ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਤ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਇਹੋ ਜਿਹੇ ਪਰਉਪਕਾਰ ਕੀਤੇ ਆ ਕਿ ਅੱਜ ਵੀ ਦੁਨੀਆ ਜਿਹੜੀ ਆ ਉਹਨਾਂ ਨੂੰ ਜਾਣਦੀ ਨਾ ਜਾਣਦੀ ਹੋਈ ਉਹਨਾਂ ਦੇ ਪਰਉਪਕਾਰਾਂ ਦੇ ਦੇਣ ਨਹੀਂ ਸਕਦੀ ਹੈ। ਸੋ ਦਾਸ ਅੱਜ ਇਸੇ ਵਿਸ਼ੇ ਦੇ ਉੱਤੇ ਕੁਛ ਕੁ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਮਹਾਂਪੁਰਖ ਵੈਸੇ ਤਾਂ ਪਰਉਪਕਾਰੀ ਹੁੰਦੇ ਆ, ਪਰ ਪਰਉਪਕਾਰ ਨੂੰ ਜਣਾਉਂਦੇ ਨਹੀਂ ਆ। ਵਾਹਿਗੁਰੂ ਦੀ ਮਨ ਦੀ ਇੱਛਾ ਨੂੰ ਵੀ ਪਰਮੇਸ਼ਰ ਦੇ ਪਿਆਰੇ ਬਦਲ ਦਿੰਦੇ ਆ। ਸੋ ਜਿਵੇਂ ਇੱਕ ਸੱਜਣ ਜਿਹੜੇ ਸੀ ਨਾ, ਉਹ ਤੋਤਲੀ ਜ਼ਬਾਨ ਦੇ ਵਿੱਚ ਬੋਲਦੇ ਸੀ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਪਾਸ ਰਹਿ ਕੇ ਸੇਵਾ ਕਰਦੇ ਹੁੰਦੇ ਸੀ। ਬੜੇ ਫੱਕਰ ਸਾਧੂ ਸੀਗੇ। ਇੱਕ ਵਾਰ ਦੱਸਦੇ ਆ ਕਿ ਬੜੀ ਸੰਗਤ ਇਕੱਠੀ ਹੋ ਕੇ ਬਾਬਾ ਜੀ ਦੇ ਪਾਸ ਆਈ, ਜਿਨ੍ਹਾਂ ਟਾਈਮਾਂ ਦੇ ਵਿੱਚ ਮੀਂਹ ਨਹੀਂ ਸੀ ਪੈਂਦੇ, ਮੀਂਹ ਪੈਣੋਂ ਬੰਦ ਹੋ ਗਏ ਸੀਗੇ। ਜਦੋਂ ਆਲੇ ਦੁਆਲੇ ਨਗਰ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਬਾਬਾ ਜੀ ਦੇ ਪਾਸ ਬੇਨਤੀ ਕਰਨ ਆਈਆਂ ਕਿ ਮਹਾਂਪੁਰਖੋ ਕਿਰਪਾ ਕਰੋ, ਮੀਂਹ ਪਾ ਦਿਓ, ਤਾਂ ਬਾਬਾ ਜੀ ਕਹਿਣ ਲੱਗੇ ਵੀ ਦੇਖੋ ਭਾਈ, ਮੀਂਹ ਪਾਉਣਾ ਜਾਂ ਨਾ ਪਾਉਣਾ ਇਹ ਪਰਮੇਸ਼ਰ ਦੇ ਹੱਥ 'ਚ ਆ, ਸਾਡੇ ਹੱਥ 'ਚ ਕੁਛ ਨਹੀਂ ਆ। ਜਦ ਇੰਨੀ ਗੱਲ ਹੋਈ ਤਾਂ ਸੰਗਤ ਕਹਿਣ ਲੱਗੀ, ਮਹਾਂਪੁਰਖੋ ਫਿਰ ਵੀ ਅਗਰ ਤੁਸੀਂ ਬੇਨਤੀ ਕਰੋਗੇ ਅਤੇ ਵਾਹਿਗੁਰੂ ਮੀਂਹ ਜ਼ਰੂਰ ਪਵਾ ਦੂਗਾ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਗੱਲ ਤਾਂ ਤੁਹਾਡੀ ਠੀਕ ਹੈਗੀ ਆ, ਪਰ ਪਰਮੇਸ਼ਰ ਨੂੰ ਜੋ ਪਾਉਂਦਾ ਅਸਲ ਦੇ ਵਿੱਚ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਨਹੀਂ ਦੇ ਸਕਦੇ। ਇਹ ਉਸ ਦੀ ਆਪਣੀ ਮੌਜ ਹੁੰਦੀ ਆ। ਜਦ ਮਹਾਂਪੁਰਖਾਂ ਨੇ ਇੰਨੇ ਵਚਨ ਕੀਤੇ ਤਾਂ ਉਸ ਟਾਈਮ ਉਹ ਜਿਹੜੇ ਸੱਜਣ ਫੱਕਰ ਸੀਗੇ ਨਾ, ਸਾਧੂ ਕੋਲ ਮਹਾਂਪੁਰਖਾਂ ਦੇ ਪਾਸ ਬੈਠੇ ਸੀਗੇ। ਜਦ ਉਹਨਾਂ ਨੇ ਇੰਨੀ ਗੱਲ ਸੁਣੀ, ਉਹਨਾਂ ਦੇ ਮਨ ਦੇ ਵਿੱਚ ਇੱਕ ਐਸਾ ਉਬਾਲ ਜਿਹਾ ਉੱਠਿਆ। ਬਾਬਾ ਜੀ ਨੂੰ ਕਹਿਣ ਲੱਗੇ, ਕਹਿੰਦੇ ਬਾਬਾ ਜੀ ਮੈਂ ਤਾਂ ਨਾ ਮੀਂਹ ਪਵਾ ਕੇ ਰਹੂੰਗਾ। ਜਦ ਇੰਨੀ ਗੱਲ ਹੋਈ, ਹੁਣ ਮਹਾਂਪੁਰਖ ਹੱਸ ਪਏ। ਦੇਖੋ, ਮਹਾਂਪੁਰਖਾਂ ਨੇ ਆਪ ਤਾਂ ਵਡਿਆਈ ਨਹੀਂ ਲੈਣੀ, ਪਰ ਕਿਸੇ ਖਾਸ ਆਪਣਾ ਜਿਹੜਾ ਪ੍ਰੇਮੀ ਆ ਉਹਨੂੰ ਦੇ ਦੇਣੀ ਆ। ਸੋ ਇਸ ਤਰ੍ਹਾਂ ਉਹ ਜਿਹੜਾ ਫੱਕਰ ਕੋਲ ਬੈਠਾ ਸੀਗਾ, ਉਹਦੇ ਮਨ ਦੇ ਵਿੱਚ ਦੀ ਐਸੀ ਖਿੱਚ ਅੰਦਰੋਂ ਮਹਾਂਪੁਰਖਾਂ ਨੇ ਪੈਦਾ ਕੀਤੀ। ਉਹ ਆਪ ਹੀ ਕਹਿਣ ਲੱਗਾ ਕਿ ਮਹਾਂਪੁਰਖੋ ਮੈਂ ਤਾਂ ਮੀਂਹ ਪਵਾ ਕੇ ਰਹੂੰਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਦੇਖ ਫੱਕਰਾ, ਤੇਰੀ ਮਰਜ਼ੀ ਹੈਗੀ ਆ, ਜੇ ਤੂੰ ਪਵਾ ਸਕਦਾ ਤਾਂ ਪਵਾ ਦੇ ਭਾਈ। ਜਦ ਇੰਨੀ ਗੱਲ ਹੋਈ ਤਾਂ ਕਹਿਣ ਲੱਗਾ, ਨਹੀਂ ਜੀ ਮੈਂ ਤਾਂ ਅੱਜ ਹੀ ਪਵਾਊਂਗਾ। ਬਾਬਾ ਜੀ ਨੇ ਜਦੋਂ ਇੰਨੀ ਗੱਲ ਕਹੀ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਲੈ ਬਈ ਪ੍ਰੇਮੀਆ, ਇੱਦਾਂ ਗੱਲ ਹੈਗੀ ਆ, ਮੀਂਹ ਤਾਂ ਤੂੰ ਪਵਾ ਸਕਦਾ ਹੈਗਾ, ਪਰ ਇੱਕ ਚੀਜ਼ ਦਾ ਖਿਆਲ ਰੱਖੀ, ਇੰਨਾ ਮੀਂਹ ਨਾ ਪਾ ਦੇ ਕਿਤੇ ਨੁਕਸਾਨ ਹੋ ਜਾਵੇ। ਬਸ ਥੋੜ੍ਹਾ ਜਿਹਾ ਮੀਂਹ ਪਾਈ ਕਿ ਜਿਹਦੇ ਨਾਲ ਹੈ ਨਾ ਸਾਰੇ ਜਿੰਨੇ ਵੀ ਸਾਡੇ ਜ਼ਿਮੀਂਦਾਰ ਭਰਾ ਹੈਗਾ, ਸਾਰਿਆਂ ਦੇ ਫਸਲਾਂ ਦਾ ਚੰਗਾ ਗੁਜ਼ਾਰਾ ਹੋ ਸਕੇ। ਐਸਾ ਨਾ ਕਰੀ ਕਿ ਇੰਨਾ ਮੀਂਹ ਪਾ ਕੇ ਕਿਤੇ ਫਸਲਾਂ ਇੰਨਾ ਬਰਬਾਦ ਹੋ ਜਾਣ। ਜਦੋਂ ਬਾਬਾ ਜੀ ਨੇ ਕਿਹਾ ਤਾਂ ਪ੍ਰੇਮੀ ਕਹਿਣ ਲੱਗਾ, ਠੀਕ ਹੈ ਜੀ। ਉਸ ਤੋਂ ਬਾਅਦ ਦੱਸਦੇ ਆ ਕਿ ਉਸ ਰਾਤ ਮੀਂਹ ਬੜਾ ਪਿਆ ਸੀਗਾ। ਉਹ ਜਿੰਨਾ ਮੀਂਹ ਪਿਆ ਸੀ, ਸਾਰੇ ਮੀਂਹ ਨੇ ਜਿੰਨੀ ਵੀ ਜਿਹੜੀ ਖੁਸ਼ਕੀ ਸੀਗੀ ਨਾ ਉਸ ਟਾਈਮ ਧਰਤੀ ਦੀ, ਸਾਰੀ ਚੱਕ ਦਿੱਤੀ ਸੀ। ਫਸਲਾਂ ਬੜੀਆਂ ਹਰਿਆਵਲ ਹੋ ਗਈਆਂ ਸੀਗੀਆਂ। ਸੋ ਇਹ ਵੀ ਹੈ ਨਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਐਸੀ ਕਿਰਪਾ ਹੈਗੀ ਆ, ਕਿਉਂਕਿ ਮਹਾਂਪੁਰਖ ਜਿਹੜੇ ਉਹ ਆਪ ਕਦੀ ਵੀ ਕਿਸੇ ਚੀਜ਼ ਦੀ ਵਡਿਆਈ ਲੈ ਕੇ ਖੁਸ਼ ਨਹੀਂ ਕਰਦੇ, ਕੰਮ ਆਪ ਹੀ ਆ, ਪਰ ਵਡਿਆਈ ਕਿਸੇ ਹੋਰ ਨੂੰ ਦੇ ਦਿੰਦੇ ਆ। ਜਿਵੇਂ ਇੱਕ ਸੱਜਣ ਮਹਾਂਪੁਰਖਾਂ ਦੇ ਪਾਸ ਆਉਂਦੇ ਹੁੰਦੇ ਸੀ, ਕਹਿੰਦੇ ਸਾਡੀ ਜਿਹੜੀ ਡਿਊਟੀ ਸੀ ਬਾਬਾ ਜੀ ਨੇ ਕਥਾ ਕਰਨ 'ਤੇ ਲਾਤੀ। ਜਦ ਕਹਿੰਦੇ ਕਥਾ ਕਰਨ 'ਤੇ ਲਾਤੀ, ਉਸ ਤੋਂ ਬਾਅਦ ਕਹਿੰਦੇ 1974 ਦੇ ਵਿੱਚ ਸਾਡਾ ਪਹਿਲੀ ਵਾਰ ਪ੍ਰੇਮ ਪਿਆ ਸੀ। ਅਸੀਂ ਕਹਿੰਦੇ ਆਉਂਦੇ ਰਹੇ। ਇੱਕ ਵਾਰੀ ਮਹਾਂਪੁਰਖਾਂ ਦੇ ਨਾਲ ਕਹਿੰਦੇ ਅਸੀਂ ਇੱਕ ਜਗ੍ਹਾ ਗਏ, ਉੱਥੇ ਕਹਿੰਦੇ ਵੀ ਦਾਲ ਜਿਹੜੀ ਸੀਗੀ ਲੰਗਰ ਦੀ ਖਿਲਰੀ ਹੋਈ ਸੀ ਲੰਗਰ ਹਾਲ ਦੇ ਅੰਦਰ। ਕਹਿੰਦੇ ਦਾਲ ਖਿਲਰੀ ਹੋਈ ਸੀ। ਮਹਾਂਪੁਰਖਾਂ ਨੇ ਕਹਿੰਦੇ ਕਥਾ ਤੋਂ ਬਾਅਦ ਸਾਨੂੰ ਸਰੋਪਾ ਦਿੱਤਾ ਸੀ, ਅਤੇ ਜਦੋਂ ਅਸੀਂ ਲੰਗਰ ਛਕਣ ਗਏ ਤਾਂ ਖਿਲਰੀ ਦਾਲ ਦੇਖ ਕੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਮੈਨੂੰ ਕਹਿਣ ਲੱਗੇ, ਕਹਿੰਦੇ ਲੈ ਵੀ ਪ੍ਰੇਮੀਆ, ਥੱਲੇ ਕਹਿੰਦੇ ਸਫਾਈ ਕਰਨ ਵਾਲੀ ਆ, ਦਾਲ ਬੜੀ ਖਿਲਰੀ ਆ, ਤੂੰ ਇਸ ਤਰ੍ਹਾਂ ਕਰ, ਆਪਣੇ ਇਸ ਪਰਨੇ ਦੇ ਨਾਲ ਹੈ ਨਾ ਕੋਈ ਕੱਪੜਾ ਲੈ ਲਾ ਅਤੇ ਇਹ ਸਾਰੀ ਜਿਹੜੀ ਖਿਲਰੀ ਦਾਲ ਵਾ ਨਾ ਇਸ ਨੂੰ ਸਾਫ਼ ਕਰ ਦੇ। ਜਦ ਇੰਨੀ ਗੱਲ ਹੋਈ, ਕਹਿੰਦੇ ਹੁਣ ਮਹਾਂਪੁਰਖਾਂ ਦਾ ਮੇਰਾ ਜਿਹਨੂੰ ਜਿਹੜਾ ਨਵਾਂ ਹਜ਼ੂਰੀਆ ਮਿਲਿਆ ਸੀ ਉਹਦੇ ਵੱਲ ਇਸ਼ਾਰਾ ਸੀਗਾ। ਅਤੇ ਉਹ ਸੱਜਣ ਕਹਿਣ ਲੱਗੇ, ਕਹਿੰਦੇ ਸਮਝ ਤਾਂ ਮੈਂ ਗਿਆ, ਪਰ ਮਨ 'ਚ ਸੋਚਿਆ ਕਿ ਇਹ ਤਾਂ ਬਾਬਾ ਜੀ ਨੇ ਅੱਜ ਮੈਨੂੰ ਬੜੇ ਪ੍ਰੇਮ ਦੇ ਨਾਲ ਬਖਸ਼ਿਆ ਹੈਗਾ। ਅਗਰ ਮੈਂ ਇਹਦੇ ਨਾਲ ਸਾਰੀ ਜਿਹੜੀ ਗਿੱਲੀ ਦਾਲ ਹੈਗੀ ਆ ਉਹ ਉਸ ਦਾਲ ਦੇ ਨਾਲ ਇਹ ਪੂਰਾ ਹਜ਼ੂਰੀਆ ਆਪਣਾ ਖ਼ਰਾਬ ਕਰ ਲਊਂਗਾ ਤਾਂ ਫਿਰ ਭਾਈ ਮੇਰੇ ਵਾਸਤੇ ਚੰਗੀ ਗੱਲ ਨਹੀਂ ਹੋਊਗੀ। ਉਹ ਸੱਜਣ ਕਹਿਣ ਲੱਗੇ, ਮੈਂ ਦੁਚਿੱਤੀ ਜਿਹੇ 'ਚ ਫਸ ਗਿਆ ਵੀ ਕੀ ਕਰਾਂ, ਇਹ ਜਿਹੜਾ ਨਵਾਂ ਹਜ਼ੂਰੀਆ ਮਹਾਂਪੁਰਖਾਂ ਨੇ ਹੱਥੀਂ ਦਿੱਤਾ, ਇਹਦੇ ਨਾਲ ਦਾਲ ਸਾਫ਼ ਕਰਾਂ ਜਾਂ ਕੁਛ ਹੋਰ ਕਰਾਂ। ਅਜੇ ਕਹਿੰਦੇ ਮੈਂ ਸੋਚ ਹੀ ਰਿਹਾ ਸੀ। ਇੱਕ ਸੱਜਣ ਕਹਿੰਦੇ ਜਿਹੜੇ ਨਾਲ ਮੇਰੇ ਖੜੇ ਸੀ ਦਬਾ ਛੱਟ, ਕਹਿੰਦੇ ਉਹਨਾਂ ਨੇ ਕੀ ਕੀਤਾ, ਆਪਣਾ ਹਜ਼ੂਰੀਆ ਲਾਇਆ ਅਤੇ ਥੱਲਿਓਂ ਸਾਰੀ ਦਾਲ ਜਿਹੜੀ ਸਾਫ਼ ਕਰਨ ਲੱਗ ਪਏ।
ਜਦੋਂ ਦਾਲ ਸਾਫ਼ ਕਰਨ ਲੱਗ ਪਿਆ ਕਹਿੰਦੇ ਵੀ ਮੈਂ ਦੇਖ ਕੇ ਵੀ ਚੁੱਪ ਕਰ ਗਿਆ ਵੀ ਇਹ ਤਾਂ ਕੰਮ ਦੂਸਰੇ ਸੱਜਣਾਂ ਨੇ ਕਰ ਲਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਜਦੋਂ ਅਸੀਂ ਤੁਰਨ ਲੱਗੇ ਤੇ ਬਾਬਾ ਜੀ ਕਹਿੰਦੇ ਮੈਨੂੰ ਹੌਲੀ ਦੇ ਨਹੀਂ ਕਹਿਣ ਲੱਗੇ, ਕਹਿੰਦੇ ਪੁਰਖਾ ਗੱਲ ਨਵੇਂ ਹਜ਼ੂਰੀਏ ਦੀ ਨਹੀਂ ਆ। ਹਜ਼ੂਰੀਏ ਦਾ ਕੀ ਗੱਲ ਹੈਗੀ, ਹਜ਼ੂਰੀ ਤਾਂ ਅਸੀਂ ਤੈਨੂੰ ਹੋਰ ਵੀ ਦੇ ਦਿਆਂਗੇ, ਪਰ ਗੱਲ ਬਚਨ ਮੰਨਣ ਦੀ ਸੀ। ਤੈਂ ਉਹ ਬਚਨ ਨਹੀਂ ਮੰਨਿਆ। ਦੇਖੋ ਉਹ ਤੇਰਾ ਜਿਹੜਾ ਮੰਨਣਯੋਗ ਬਚਨ ਸੀ ਉਹ ਦੂਸਰਾ ਪ੍ਰੇਮੀ ਜਿਹੜਾ ਹੈਗਾ ਉਹ ਬਚਨ ਮੰਨ ਗਿਆ, ਅਤੇ ਜਿਹੜੀ ਸੇਵਾ ਸੀ ਤੈਨੂੰ ਦੇਣੀ ਸੀ ਉਹ ਦੂਸਰਾ ਪ੍ਰੇਮੀ ਲੈ ਗਿਆ। ਕਹਿੰਦੇ ਉਸ ਤੋਂ ਬਾਅਦ ਫਿਰ ਮੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਕਿ ਵਾਕਿਆ ਗੱਲ ਤਾਂ ਬਾਬਾ ਜੀ ਦੀ ਸਹੀ ਆ। ਕਿਉਂਕਿ ਬਾਬਾ ਲਹਿਣਾ ਜੀ ਹੁਣ ਜੀ ਜਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ ਗਏ ਸੀਗੇ ਤਾਂ ਉਹਨਾਂ ਟਾਈਮਾਂ ਦੇ ਵਿੱਚ ਬੜੇ ਵਧੀਆ ਵਸਤਰ ਪਹਿਨੇ ਸੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਵੇਂ ਉਹਨਾਂ ਨੂੰ ਇੱਕ ਚਿੱਕੜ ਦੀ ਜਿਹੜੀ ਲਿਬੜੀ ਹੋਈ ਪੱਠਿਆਂ ਦੀ ਪੰਡ ਚਕਾਤੀ ਸੀ, ਜਿਹਦੇ ਕਰਕੇ ਬਾਬਾ ਲਹਿਣਾ ਜੀ ਦੇ ਸਾਰੇ ਕੱਪੜੇ ਖਰਾਬ ਹੋ ਗਏ ਸੀ। ਪਰ ਜਦੋਂ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈਗਾ, ਇਹਦੇ ਵਸਤਰ ਸਾਰੇ ਖਰਾਬ ਕਰ ਦਿੱਤੇ, ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ, ਕਹਿੰਦੇ ਭਾਈ ਇਹ ਜਿਹੜੀ ਪੰਡ ਹੈਗੀ ਹੈ ਚਿੱਕੜ ਦੀ ਪੰਡ ਨਹੀਂ, ਇਹਨੂੰ ਤੇ ਛੱਤਰ ਵਾ, ਅਤੇ ਬਾਕੀ ਜਿਹੜੇ ਕੱਪੜੇ ਜਿਹੜੇ ਤੁਹਾਨੂੰ ਚਿੱਕੜ ਦਿਖਾਈ ਦੇ ਰਹੇ ਆ ਇਹ ਕੇਸਰ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਹਾਂਪੁਰਖਾਂ ਦੇ ਅੰਦਰ ਜਿਹੜੀ ਦ੍ਰਿਸ਼ਟੀ ਹੁੰਦੀ ਹੈ ਬੜੀ ਗਹਿਰੀ ਹੁੰਦੀ ਆ। ਸੋ ਉਹਨਾਂ ਦੀ ਗਹਿਰੀ ਦ੍ਰਿਸ਼ਟੀ ਦੇ ਉੱਤੇ ਅਗਰ ਕੋਈ ਪ੍ਰੇਮੀ ਜਿਹੜਾ ਹੈ ਨਾ ਸਿਰਫ ਬਚਨ ਮੰਨ ਲਵੇ, ਬਚਨ ਦੇ ਉੱਤੇ ਪਹਿਰਾ ਦੇ ਦੇਵੇ, ਬਸ ਉਹਦੇ ਉੱਤੇ ਮਹਾਂਪੁਰਖਾਂ ਦੀ ਖੁਸ਼ੀ ਹੋ ਜਾਂਦੀ ਹੈ। ਸੋ ਉਸ ਤੋਂ ਬਾਅਦ ਉਹ ਪ੍ਰੇਮੀ ਕਹਿਣ ਲੱਗੇ ਕਿ ਇੱਕ ਵਾਰ ਫਿਰ ਮੈਂ ਮਹਾਂਪੁਰਖਾਂ ਨੂੰ ਆਖ ਦਿੱਤਾ, ਮੈਂ ਕਿਹਾ ਬਾਬਾ ਜੀ ਕਿ ਦੇਖੋ ਕਿੰਨੀ ਸੰਗਤ ਆਪ ਜੀ ਦੇ ਪਾਸ ਦਰਸ਼ਨ ਕਰਨ ਆਉਂਦੀ ਆ, ਮੱਥੇ ਟੇਕਦੀ ਆ, ਆਪਣੀਆਂ ਮੰਨਤਾਂ ਮੰਗਦੀ ਆ, ਦੁਨਿਆਵੀ ਪਦਾਰਥ ਮੰਗਦੀ ਆ, ਪਰ ਮੈਂ ਮੰਗਦਾ ਵੀ ਤੁਸੀਂ ਕਿਰਪਾ ਕਰੋ ਅਤੇ ਮੇਰੀ ਵੀ ਸਮਾਧੀ ਲੱਗ ਜਾਵੇ, ਮੈਨੂੰ ਵੀ ਨਾਮਦਾਨ ਬਖਸ਼। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਬਾਬਾ ਜੀ ਹੱਸ ਪਏ, ਹੱਸ ਕੇ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਗੱਲ ਇੱਕ ਹੈਗੀ ਆ, ਅਤੇ ਜੇ ਤੂੰ ਸਮਾਧੀ ਲਾਉਣ ਲੱਗ ਪਿਆ ਤਾਂ ਫਿਰ ਕਹਿੰਦੇ ਇਹ ਕਥਾ ਕੌਣ ਕਰੂਗਾ। ਕਹਿੰਦੇ ਤੈਨੂੰ ਹੁਕਮ ਕਥਾ ਕਰਦਾ ਹੈ, ਤੈਂ ਕਥਾ ਕਰਨੀ ਹੈ, ਨਾ ਕਿ ਤੂੰ ਸਮਾਧੀਆਂ ਲਾਉਣ ਇੱਥੇ ਆਇਆ ਹੈਗਾ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਬਸ ਕਹਿੰਦੇ ਫਿਰ ਅਸੀਂ ਚੁੱਪ ਕਰ ਗਏ। ਫਿਰ ਕਹਿੰਦੇ ਬਾਬਾ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਦੇਖ ਭਾਈ ਤੂੰ ਸਮਾਧੀ ਦੇ ਨਾਲ ਕੇਵਲ ਆਪਣਾ ਆਪ ਤਰੂੰਗਾ ਜਾਂ 2-4 ਪ੍ਰੇਮੀਆਂ ਨੂੰ ਹੋਰ ਤਾਰ ਲੂੰਗਾ, ਪਰ ਕਥਾ ਦਾ ਪ੍ਰਭਾਵ ਐਸਾ ਹੈਗਾ ਕਿ ਜਿਹੜੀ ਕਥਾ ਹੈਗੀ ਆ ਇਹ ਸੌਣ ਦੀ ਝੜੀ ਹੈਗੀ ਆ, ਇਹਦੇ ਨਾਲ ਇੱਕ ਨਹੀਂ ਲੱਖਾਂ ਪ੍ਰੇਮੀ ਜਿਹੜੇ ਸੁਣਨਗੇ ਉਹ ਤਰਦੇ ਰਹਿਣਗੇ। ਇਸੇ ਕਰਕੇ ਕਹਿੰਦੇ ਕਥਾ ਜਿਹੜੀ ਹੈ ਨਾ ਸਭ ਤੋਂ ਸ੍ਰੇਸ਼ਟ ਹੈਗੀ ਆ, ਜਿਹਦਾ ਹੁਕਮ ਤੈਨੂੰ ਅਕਾਲ ਪੁਰਖ ਵੱਲੋਂ ਲੱਗਾ ਹੈਗਾ, ਇਸ ਕਰਕੇ ਕਥਾ ਹੀ ਤੇਰੀ ਬੰਦਗੀ, ਕਥਾ ਹੀ ਤੇਰੀ ਸੇਵਾ ਹੈਗੀ ਆ। ਉਸ ਤੋਂ ਬਾਅਦ ਫਿਰ ਸੱਜਣ ਕਹਿਣ ਲੱਗੇ ਕਿ ਅਸੀਂ ਹੈ ਨਾ ਬਿਲਕੁਲ ਚੁੱਪ ਕਰ ਗਏ ਸੀ, ਲਾਜਵਾਬ ਹੋ ਗਏ ਸੀ। ਉਸ ਤੋਂ ਬਾਅਦ ਕਹਿੰਦੇ ਵੀ ਇੱਕ ਵਾਰੀ ਅਸੀਂ ਮਹਾਂਪੁਰਖਾਂ ਨੂੰ ਮਿਲਣ ਗਏ, ਸਾਨੂੰ ਪਤਾ ਲੱਗਾ ਕਿ ਬਾਬਾ ਜੀ ਹੈ ਨਾ ਅੰਦਰ ਬੈਠੇ ਆ। ਜਦ ਅੰਦਰ ਬੈਠੇ ਆ ਕਹਿੰਦੇ ਅਸੀਂ ਪੁੱਛਿਆ ਕਿ ਵੀ ਮਹਾਂਪੁਰਖ ਕਦ ਆਉਣਗੇ। ਕਹਿੰਦੇ ਫਿਰ ਜਿਹੜੇ ਪ੍ਰੇਮੀ ਸੀ ਮੈਨੂੰ ਕਹਿਣ ਲੱਗੇ ਕਿ ਬਾਬਾ ਜੀ ਤਾਂ 5-7 ਦਿਨ ਹੋ ਗਏ ਅੰਦਰੋਂ ਬਾਹਰ ਹੀ ਨਿਕਲੇ, ਨਾ ਉਹਨੇ ਕੁੰਡਾ ਖੋਲ੍ਹਿਆ ਅਤੇ ਨਾ ਕਿਸੇ ਪ੍ਰੇਮੀ ਵਿੱਚ ਆਵਾਜ਼ ਮੰਨ ਦੀ ਜ਼ਰੂਰਤ ਹੈਗੀ ਆ, ਇਹ ਉਹਨਾਂ ਦੀ ਮੌਜ ਹੈਗੀ ਆ। ਦੇਖੋ ਕਦ ਕੁੰਡਾ ਖੋਲ੍ਹਦੇ ਸਾਰੇ ਇਸੇ ਉਡੀਕ ਦੇ ਵਿੱਚ ਵਾਸਤੇ ਸੰਗਤਾਂ ਆਉਂਦੀਆਂ ਚਲੇ ਜਾਂਦੀਆਂ, ਬਾਬਾ ਜੀ ਵੀ ਅੱਜ ਹੁਣ ਕੁੰਡਾ ਖੋਲ੍ਹਦੇ, ਹੁਣ ਕੁੰਡਾ ਖੋਲ੍ਹਦੇ, ਪਰ ਕੁੰਡਾ ਨਹੀਂ ਖੋਲ੍ਹਿਆ ਹੈਗਾ। ਫਿਰ ਉਹ ਪ੍ਰੇਮੀ ਕਹਿਣ ਲੱਗੇ ਕਹਿੰਦੇ ਚਲੋ ਅਸੀਂ ਕਿਹਾ ਠੀਕ ਹੈ। ਅਸੀਂ ਵੀ ਕਹਿੰਦੇ ਵਾਪਸ ਮੁੜ ਗਏ ਤਾਂ ਅਸੀਂ ਉਹਨਾਂ ਨੂੰ ਕਹਿ ਦਿੱਤਾ ਵੀ ਜਦੋਂ ਵੀ ਮਹਾਂਪੁਰਖ ਦਰਵਾਜ਼ਾ ਖੋਲ੍ਹਣਗੇ ਤਾਂ ਤੁਸੀਂ ਸਾਨੂੰ ਹੈ ਨਾ ਉਸ ਟਾਈਮ ਟੈਲੀਫੋਨ ਕਰ ਦੇਣਾ। ਕਹਿੰਦੇ ਚਲੋ ਨਾਲ ਦੇ ਪ੍ਰੇਮੀ ਕਹਿਣ ਲੱਗੇ ਜੀ ਠੀਕ ਹੈਗਾ। ਉਸ ਤੋਂ ਬਾਅਦ ਕਹਿੰਦੇ 10 ਦਿਨਾਂ ਬਾਅਦ ਮਹਾਂਪੁਰਖਾਂ ਨੇ ਕੁੰਡਾ ਖੋਲ੍ਹਿਆ ਅਤੇ ਉਹ ਫਿਰ ਪ੍ਰੇਮੀ ਕਹਿਣ ਲੱਗੇ ਕਿ ਸਾਨੂੰ ਫੋਨ ਆਇਆ ਕਿ ਅੱਜ ਬਾਬਾ ਜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਸੰਗਤਾਂ ਦੇ ਵਿੱਚ ਸੁੱਖ ਦਾ ਸਾਹ ਆਇਆ ਹੈਗਾ। ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਚਲੇ ਗਏ ਬਾਬਾ ਜੀ ਦੇ ਪਾਸ। ਜਦ ਗਏ ਤਾਂ ਕਹਿੰਦੇ ਅਸੀਂ ਬਾਬਾ ਜੀ ਨੂੰ ਨਾ ਕੁੰਡਾ ਖੋਲ੍ਹਣ ਦਾ ਕਾਰਨ ਪੁੱਛਿਆ ਅਤੇ ਕਿਹਾ, ਕਹਿੰਦੇ ਅਸੀਂ ਕਿਹਾ ਵੀ ਮਹਾਂਪੁਰਖੋ ਕਿੱਥੇ ਗਏ, 10 ਦਿਨ ਇੰਨੀ ਸਮਾਧੀ ਲੰਬੀ ਵਿੱਚ ਬੈਠ ਗਏ। ਕਹਿੰਦੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਕੀ ਦੱਸੀਏ, ਕੁਛ ਐਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਫਿਰ ਵੀ ਕਹਿੰਦੇ ਅਸੀਂ ਬੜੇ ਪ੍ਰੇਮ ਦੇ ਨਾਲ ਮਹਾਂਪੁਰਖਾਂ ਨੂੰ ਪੁੱਛ ਲਿਆ, ਬਾਬਾ ਜੀ ਕੋਈ ਦੱਸੋ ਤਾਂ ਅਸੀਂ ਗੱਲ ਕੀ ਹੋਈ ਆ। ਕਹਿੰਦੇ ਭਾਈ ਗੱਲ ਕੀ ਹੋਣੀ ਆ, ਕੁਛ ਪਰਮੇਸ਼ਰ ਦਾ ਖਿਆਲ ਇਹ ਸੀਗਾ ਕਿ ਇਹ ਜਿਹੜੀ ਹੈ ਨਾ ਅਸੀਂ ਧਰਤੀ ਹੈਗੀ ਆ ਇਹ ਹੁਣ ਨਵੇਂ ਸਿਰਿਓਂ ਬਣਾ ਦਈਏ, ਨਵੇਂ ਸਿਰਿਓਂ ਬਣਾ ਦਈਏ। ਕਹਿੰਦੇ ਜਦੋਂ ਇੰਨੀ ਗੱਲ ਹੋਈ ਸੀ ਫਿਰ ਜਿੰਨੇ ਵੀ ਜਿਹੜੇ ਬ੍ਰਹਮ ਗਿਆਨੀ ਸੀ ਨਾ ਮਹਾਂਪੁਰਖ, ਉਹ ਸਾਰਿਆਂ ਨੂੰ ਕਹਿੰਦੇ ਇਸ ਚੀਜ਼ ਦੀ ਖਬਰ ਹੋ ਗਈ ਸੀ। ਫਿਰ ਕਹਿੰਦੇ ਸਾਰਿਆਂ ਨੂੰ ਇਹ ਆਵਾਜ਼ ਆਈ ਵੀ ਇਹ ਜਿਹੜੀ ਧਰਤੀ ਹੈਗੀ ਆ ਇਹ ਖਤਮ ਹੋ ਜਾਣੀ। ਕਹਿੰਦੇ ਉਸ ਤੋਂ ਬਾਅਦ ਫਿਰ ਕਹਿੰਦੇ ਬੜੀ ਫਿਕਰ ਹੋ ਗਈ। ਉਸ ਤੋਂ ਬਾਅਦ ਜਿੰਨੇ ਵੀ ਕਹਿੰਦੇ ਬ੍ਰਹਮ ਗਿਆਨੀ ਉੱਚੀਆਂ ਰੂਹਾਂ ਸੀਗੀਆਂ ਸਾਰੀਆਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪਹੁੰਚੀਆਂ ਅਤੇ ਉਹਨਾਂ ਨੂੰ ਕਹਿੰਦੇ ਜਾ ਕੇ ਬੇਨਤੀ ਕੀਤੀ। ਫਿਰ ਗੁਰੂ ਸਾਹਿਬ ਨੇ ਆਖਿਆ ਕਿ ਥੋੜ੍ਹਾ ਸਬਰ ਕਰੋ ਅਤੇ ਅਸੀਂ ਜੋ ਵੀ ਫੈਸਲਾ ਹੋਇਆ ਤੁਹਾਨੂੰ ਦੱਸਾਂਗੇ। ਕਹਿੰਦੇ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਕਿ ਅਸੀਂ ਇਸੇ ਹੀ ਆਨੰਦ ਦੇ ਵਿੱਚ 10 ਦਿਨ ਬੈਠੇ ਰਹੇ, ਇਹ ਫੈਸਲਾ ਉਡੀਕਦੇ ਰਹੇ। ਪਰ ਕਹਿੰਦੇ ਫਿਰ ਸਾਨੂੰ ਪਤਾ ਲੱਗਾ ਕਿ ਮਹਾਂਪੁਰਖਾਂ ਵੱਲੋਂ ਇੱਕ ਐਸੀ ਲਹਿਰ ਚੱਲੀ ਆ, ਉਹ ਲਹਿਰ ਸੀ ਪਾਣੀ ਦੀ।
ਉਹਨਾਂ ਟਾਈਮਾਂ ਦੇ ਵਿੱਚ ਸੁਨਾਮੀ ਲਹਿਰਾਂ ਦਾ ਬੜਾ ਜ਼ੋਰ ਪਿਆ ਸੀ ਅਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹ ਜਿਹੜੀ ਸੁਨਾਮੀ ਲਹਿਰਾਂ ਆਉਣੀਆਂ ਸੀ ਹੈ ਨਾ, ਇਹ 1000 ਫੁੱਟ ਉੱਚੀਆਂ ਹੋਣੀਆਂ ਸੀਗੀਆਂ। ਉਸ ਤੋਂ ਬਾਅਦ ਕਹਿੰਦੇ ਵੀ ਅਸੀਂ 10 ਦਿਨ ਜਿੰਨੇ ਵੀ ਬ੍ਰਹਮ ਗਿਆਨੀ ਮਹਾਂਪੁਰਖ ਸੀਗੇ ਅਸੀਂ ਬੇਨਤੀ ਕਰਦੇ ਰਹੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ। ਕਹਿੰਦੇ ਵੀ ਅਸੀਂ ਇਸ ਤਰ੍ਹਾਂ ਬੇਨਤੀਆਂ ਕਰਦੇ ਇਹ ਜਿਹੜੀਆਂ ਸੁਨਾਮੀ ਲਹਿਰਾਂ ਸੀਗੀਆਂ ਇਹ ਅਕਾਲ ਪੁਰਖ ਨੇ ਕਹਿੰਦੇ ਘਟਾਉਂਦਿਆਂ ਕਹਿੰਦੇ ਕਿੱਥੇ 1000 ਫੁੱਟ ਉੱਚੀਆਂ ਲਹਿਰਾਂ ਸੀਗੀਆਂ, ਘਟਾਉਂਦਿਆਂ ਕਹਿੰਦੇ ਵੀ ਇਹ 100 ਫੁੱਟ ਉੱਚੀਆਂ ਰਹਿਣ ਦਿੱਤੀਆਂ। ਸੋ ਕਹਿੰਦੇ ਫਿਰ ਤਾਂ ਜਾ ਕੇ ਇਸ ਧਰਤੀ ਦਾ ਬਚਾਅ ਹੋ ਸਕਿਆ ਸੀ। ਇਸੇ ਕਰਕੇ ਕਹਿੰਦੇ ਅਸੀਂ 10 ਦਿਨ ਸਿਰਫ ਅਰਦਾਸਾਂ ਬੇਨਤੀਆਂ ਕੀਤੀਆਂ ਸੀਗੀਆਂ ਅਤੇ ਅਰਦਾਸਾਂ ਬੇਨਤੀਆਂ ਕਰਕੇ ਕਹਿੰਦੇ ਵੀ ਅਸੀਂ ਫਿਰ ਕਹਿੰਦੇ ਵੀ ਇਹ ਜਿਹੜੀਆਂ ਲਹਿਰਾਂ 100 ਫੁੱਟ ਰਹਿ ਗਈਆਂ ਸੀਗੀਆਂ ਇਹ ਫਿਰ ਕਹਿੰਦੇ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਫਿਰ ਰੁਕ ਗਈਆਂ ਸੀਗੀਆਂ। ਜਦੋਂ ਕਹਿੰਦੇ ਮਹਾਂਪੁਰਖਾਂ ਨੇ ਸਾਡੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਫਿਰ ਕਹਿੰਦੇ ਅਸੀਂ ਚੁੱਪ ਕਰ ਗਏ। ਬਾਅਦ ਦੇ ਵਿੱਚ ਕਹਿੰਦੇ ਫਿਰ ਸਾਨੂੰ ਖਬਰ ਲੱਗੀ ਉਹਨਾਂ ਟਾਈਮਾਂ ਦੇ ਵਿੱਚ ਕਹਿੰਦੇ ਫਿਰ ਜਿਹੜੇ ਹਿੰਦੁਸਤਾਨ ਦੇ ਵੱਡੇ ਪ੍ਰਸਿੱਧ ਸਾਇੰਟਿਸਟ ਸੀ ਹੈ ਨਾ, ਕਹਿੰਦੇ ਉਹਨਾਂ ਨੇ ਖਬਰ ਛਾਪੀ ਕਿ ਸਮੁੰਦਰ ਦੇ ਵਿੱਚ ਇੱਕ ਬਹੁਤ ਵੱਡੀ ਲਹਿਰ ਉੱਠੀ ਆ। ਉਹ ਲਹਿਰ ਏਡੀ ਉੱਚੀ ਉੱਠੀ ਆ ਕਿ ਉਹਦੀ ਜਿਹੜੀ ਉਚਾਈ ਹੈਗੀ ਆ ਕਹਿੰਦੇ ਵੀ 1000 ਫੁੱਟ ਉੱਚੀ ਨਾਪੀ ਗਈ ਆ। ਜਦ 1000 ਫੁੱਟ ਉੱਚੀ ਨਾਪੀ ਗਈ ਆ ਇਹ ਲਹਿਰ ਸਮੁੰਦਰ 'ਚੋਂ ਉੱਠੀ ਆ ਸੁਨਾਮੀ, ਲੇਕਿਨ ਕਹਿੰਦੇ ਇਹ ਸਮੁੰਦਰ ਦੇ ਕੰਢੇ ਕਹਿੰਦੇ ਆਉਂਦੀ ਘਟਦੀ 1000 ਤੋਂ 100 ਫੁੱਟ ਰਹਿ ਗਈ ਆ। ਉਸ ਤੋਂ ਬਾਅਦ ਕਹਿੰਦੇ ਵੀ ਇਸ ਗੱਲ ਦੀ ਸਮਝ ਨਹੀਂ ਪਈ ਵੀ ਇਹ ਕਿਵੇਂ ਘਟ ਗਈ। ਬਾਕੀ ਕਹਿੰਦੇ ਸਾਨੂੰ ਵੀ ਇਸ ਗੱਲ ਦੀ ਸਮਝ ਨਹੀਂ ਪਈ ਵੀ ਜਾਂ ਤਾਂ ਸਾਡਾ ਜਿਹੜੇ ਮਿੰਡ ਦੇ ਟਰਾਂਸਮੀਟਰ ਯੰਤਰ ਆ ਉਹਨਾਂ ਵਿੱਚ ਕੋਈ ਗਲਤੀ ਹੋਈ ਆ ਕਿ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸੁਨਾਮੀ ਲਹਿਰ ਸੀਗੀ ਇਹ 1000 ਫੁੱਟ ਉੱਚੀ ਪਹਿਲਾਂ ਸਭ ਤੋਂ ਉੱਠੀ ਆ। ਉਸ ਤੋਂ ਬਾਅਦ ਕਹਿੰਦੇ ਫਿਰ ਘਟਦੀ 100 ਫੁੱਟ ਕਹਿੰਦੇ ਅਖੀਰ ਇਹ ਸਮੁੰਦਰ ਦੇ ਕੰਢੇ ਤੱਕ ਰਹਿ ਗਈ ਆ। ਫਿਰ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਫਿਰ ਸਾਨੂੰ ਪਤਾ ਲੱਗਾ ਕਿ ਇਹ ਸਾਰੀ ਕਿਰਪਾ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਹੋਈ ਆ ਕਿ ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਇਹ ਜਿਹੜੀਆਂ ਲਹਿਰਾਂ 1000 ਫੁੱਟ ਉੱਚੀਆਂ ਉਹਨਾਂ ਟਾਈਮਾਂ 'ਚ ਆਉਣੀਆਂ ਸੀਗੀਆਂ ਇਹ 100 ਫੁੱਟ ਰਹਿ ਗਈਆਂ ਹੈ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਦੇ ਅੰਦਰ ਪਰਉਪਕਾਰੀ ਜਿਹੜੇ ਗੁਣ ਹੁੰਦੇ ਸਦਾ ਪ੍ਰਬਲ ਰਹਿੰਦੇ ਆ। ਉਹਨਾਂ ਨੂੰ ਇਸ ਸੰਸਾਰ ਵਿੱਚ ਕੋਈ ਵੀ ਆਉਣ ਵਾਲੀ ਘਟਨਾ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈਗਾ। ਇਸ ਕਰਕੇ ਮਹਾਂਪੁਰਖ ਸੰਗਤ ਦੇ ਪ੍ਰੇਮ ਕਰਕੇ ਜੀਵਾਂ ਦੇ ਆਧਾਰ ਵਾਸਤੇ, ਜੀਵਾਂ ਦੀ ਕਲਿਆਣ ਵਾਸਤੇ ਫਿਰ ਪਰਮੇਸ਼ਰ ਦੇ ਅੱਗੇ ਅਰਦਾਸਾਂ ਕਰ ਦਿੰਦੇ ਆ। ਜਿਵੇਂ ਮਹਾਂਪੁਰਖ ਜਿਹੜੇ ਆ ਉਹ ਆਪਣੇ ਜਿੰਨੇ ਵੀ ਗੁਰਸਿੱਖ ਪ੍ਰੇਮੀ ਆ ਨਾ ਦੱਸਦੇ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਸਾਰੇ ਪ੍ਰੇਮੀਆਂ ਨੂੰ ਇਹ ਕਹਿੰਦੇ ਹੁੰਦੇ ਸੀ, ਕਹਿੰਦੇ ਭਾਈ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮੂਹਰੇ ਅਰਦਾਸ ਕਰੋ ਕਿ ਭਾਈ ਕਿਰਪਾ ਕਰੋ ਆਕਾਸ਼ੀ ਗੋਲੇ ਨਾ ਚੱਲਣ, ਇਹ ਹਥਿਆਰ ਨਾ ਚੱਲਣ। ਕਹਿੰਦੇ ਜਦੋਂ ਸਾਨੂੰ ਮਹਾਂਪੁਰਖ ਜਿਹੜੇ ਸੀ ਇਸ ਤਰ੍ਹਾਂ ਬੇਨਤੀਆਂ ਕਰਾਉਂਦੇ ਹੁੰਦੇ ਸੀ, ਇੱਕ ਦਿਨ ਕਹਿੰਦੇ ਅਸੀਂ ਬਾਬਾ ਜੀ ਨੂੰ ਪੁੱਛ ਹੀ ਲਿਆ। ਅਸੀਂ ਕਿਹਾ ਬਾਬਾ ਜੀ ਤੁਸੀਂ ਜਦੋਂ ਵੀ ਆਉਂਦੇ ਸਾਨੂੰ ਇਹ ਕਹਿੰਦੇ ਕਿ ਜਾ ਕੇ ਸੱਚਖੰਡ ਦੇ ਵਿੱਚ ਅਰਦਾਸ ਕਰੋ ਕਿ ਭਾਈ ਆਕਾਸ਼ੀ ਗੋਲੇ ਨਾ ਚੱਲਣ, ਬੰਬ ਨਾ ਚੱਲਣ, ਜਾ ਕੇ ਜੇ ਸ਼ਾਂਤੀ ਹੋਵੇ, ਹਰੇਕ ਤਰ੍ਹਾਂ ਦਾ ਜੀਵ ਜਿਹੜਾ ਸੁਖੀ ਵਸੇ, ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਆ? ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਇਹ ਜਿਹੜੀ ਬੰਬ ਬਣਾਉਣ ਦੀ ਗਲਤੀ ਹੈ ਕੀਤੀ ਤਾਂ ਇਨਸਾਨ ਨੇ ਹੀ ਆ। ਹੁਣ ਇਨਸਾਨ ਨੇ ਜਿੱਥੇ ਸੰਸਾਰ ਨੂੰ ਸੁੱਖ ਦਿੱਤੇ ਉੱਥੇ ਦੁੱਖ ਵੀ ਦਿੱਤੇ ਆ। ਵੱਡੇ ਵੱਡੇ ਹਾਈਡਰੋਜਨ ਤੇ ਪਰਮਾਣੂ ਬੰਬ ਬਣਾਤੇ ਆ। ਇਹ ਸਾਰੀ ਇਨਸਾਨ ਦੀ ਦੇਣ ਹੈਗੀ ਆ। ਪਰ ਇਨਸਾਨ ਦੀ ਇਸ ਗਲਤ ਦੇਣ ਕਰਕੇ ਕਹਿੰਦੇ ਬਾਕੀ ਤਾਂ ਜਿਹੜੇ ਜਾਨਵਰ ਸਾਰੇ ਖਤਮ ਹੋ ਜਾਣਗੇ। ਇਹ ਦੇਖੋ ਇਨਸਾਨ ਖਤਮ ਹੋ ਜਾਊਗਾ, ਪਰ ਦੇਖੋ ਜਿੰਨੇ ਵੀ ਜਿਹੜੇ ਜੀਵ ਦਰਵੇਸ਼ ਹੈਗੇ, ਬਨਸਪਤੀ ਹੈਗੀ ਆ, ਪਸ਼ੂ ਪੰਛੀ ਹੈਗੇ, ਇਹਨਾਂ ਵਿਚਾਰਿਆਂ ਦਾ ਕੀ ਕਸੂਰ ਆ? ਇਹਨਾਂ ਨੇ ਥੋੜ੍ਹਾ ਸਲਾਹ ਦਿੱਤੀ ਇਨਸਾਨ ਨੂੰ ਵੀ ਤੁਸੀਂ ਏਡੇ ਏਡੇ ਖਤਰਨਾਕ ਹਥਿਆਰ ਬਣਾਓ। ਇਹਨਾਂ ਜੀਵਾਂ ਨੇ ਵੀ ਤਾਂ ਧਰਤੀ 'ਤੇ ਰਹਿਣਾ ਹੈਗਾ। ਇਹ ਸਾਰੇ ਜੀਵ ਤਾਂ ਜਿਹੜੇ ਉਹ ਨਾਮ ਜਪਣ ਵਾਲੀਆਂ ਰੂਹਾਂ ਹੈਗੀਆਂ ਹੈ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਸਾਰੀ ਪਰਮੇਸ਼ਰ ਦਾ ਨਾਮ ਜਪਦੇ ਆ। ਪਰ ਇਹ ਜਿਹੜੀ ਮਨੁੱਖਾ ਦੇਹੀ ਦੇ ਲੋਕੀ ਆ ਕਹਿੰਦੇ ਚੰਗਾ ਖਾਂਦੇ ਆ, ਮੰਦਾ ਬੋਲਦੇ ਆ, ਸਵੇਰ ਨੂੰ ਉੱਠਦੇ ਵੀ ਨਹੀਂ ਅਤੇ 9-10 ਵਜੇ ਉੱਠਦੇ ਸਾਰੀ ਕਹਿੰਦੇ ਸਭ ਤੋਂ ਪਹਿਲਾਂ ਪਰਮੇਸ਼ਰ ਨੂੰ ਹੀ ਗਾਲਾਂ ਕੱਢਦੇ ਆ। ਫਿਰ ਕਹਿੰਦੇ ਦੇਖੋ ਇਹਨਾਂ ਦਾ ਕਲਿਆਣ ਜਿਹੜਾ ਹੈਗਾ ਕਿਵੇਂ ਹੋ ਸਕੇ। ਪਰ ਜਿੱਥੇ ਇਹਨਾਂ ਨੇ ਕਹਿੰਦੇ ਇਹੋ ਜਿਹੇ ਖਤਰਨਾਕ ਹਥਿਆਰਾਂ ਦੇ ਨਾਲ ਆਪ ਵੀ ਮਰਨਾ ਅਤੇ ਦੂਸਰਿਆਂ ਦਾ ਵੀ ਨੁਕਸਾਨ ਪਹੁੰਚਾਉਣਾ ਹੈ। ਸੋ ਕਹਿੰਦੇ ਇਸ ਕਰਕੇ ਅਸੀਂ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਇਹੋ ਜਿਹੇ ਜਿਹੜੇ ਸ਼ੈਤਾਨ ਆਦਮੀਆਂ ਦੀਆਂ ਰੂਹਾਂ ਵੱਲੋਂ ਬਣਾਏ ਗਏ ਹਥਿਆਰ ਵਾ ਉਹ ਨਾ ਚੱਲਣ, ਸੰਸਾਰ ਦੇ ਵਿੱਚ ਸ਼ਾਂਤੀ ਹੋਵੇ, ਇਹਨਾਂ ਨੂੰ ਤੁਸੀਂ ਸਮੱਤ ਬਖਸ਼ੋ। ਕਹਿੰਦੇ ਜਦ ਅਸੀਂ ਇਸ ਤਰ੍ਹਾਂ ਦੀਆਂ ਅਰਦਾਸਾਂ ਜਿਹੜੀਆਂ ਕਰਾਉਂਦੇ ਹਾਂ ਫਿਰ ਇਹਨਾਂ ਦਾ ਅਰਦਾਸਾਂ ਦਾ ਅਸਰ ਫਿਰ ਕਹਿੰਦੇ ਜਿਹੜਾ ਹੈਗਾ ਉਹ ਪੂਰੇ ਬ੍ਰਹਿਮੰਡ 'ਚ ਫੈਲਦਾ। ਅਤੇ ਫਿਰ ਸੱਚਖੰਡ ਨਿਰੰਕਾਰ ਜੀ ਦੇ ਪਾਸ ਕਹਿੰਦੇ ਇਹੋ ਜਿਹੀਆਂ ਕੀਤੀਆਂ ਸ਼ੁਭ ਅਰਦਾਸਾਂ
ਉਹਨਾਂ ਦੇ ਚਰਨਾਂ 'ਚ ਪਹੁੰਚਦੀਆਂ। ਫਿਰ ਵਾਹਿਗੁਰੂ ਜਿਹੜਾ ਹੈਗਾ, ਕਿਉਂਕਿ ਸਦਾ ਦਿਆਲ ਹੈ, ਉਹ ਮਿਹਰਬਾਨ ਹੈ। ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਉਹ ਤਿੰਨਾਂ ਗੱਲਾਂ 'ਚ ਮਿਹਰਬਾਨ ਹੈ। ਇਸ ਕਰਕੇ ਸਾਡੀਆਂ ਅਰਦਾਸਾਂ ਸੁਣਦੇ ਸਾਰ ਹੀ ਕਹਿੰਦੇ ਵਾਹਿਗੁਰੂ ਫਿਰ ਜਿਹੜਾ ਹੈਗਾ ਆਪਣੇ ਜੋ ਭਲੇ ਦੀ ਕਿਰਨ ਹੈਗੀ ਪੂਰੇ ਸੰਸਾਰ ਦੇ ਵਿੱਚ ਕਹਿੰਦੇ ਫਿਰ ਉਹ ਛੱਡਦਾ ਹੈਗਾ। ਜਿਸ ਕਰਕੇ ਕਹਿੰਦੇ ਇਹ ਜੀਵ ਜਿਹੜੇ ਆ ਸੁਖੀ ਵਸ ਸਕਣ, ਅਤੇ ਇਹ ਜਿਹੜੀ ਇਨਸਾਨ ਦੀ ਜੋ ਜਾਤੀ ਹੈ ਜਾਂ ਦੂਸਰੀਆਂ ਜਾਤੀਆਂ ਹੈਗੀਆਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਟਾਈਮ ਜੀ ਸਕਣ। ਸੋ ਇਹੋ ਜਿਹੇ ਪਰਉਪਕਾਰ ਜਿਹੜੇ ਆ ਉਹ ਕੇਵਲ ਅਤੇ ਕੇਵਲ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਰਗੇ ਹੀ ਕਰ ਸਕਦੇ ਆ। ਦੂਸਰਾ ਆਦਮੀ ਇਹੋ ਜਿਹੇ ਪਰਉਪਕਾਰ ਨਹੀਂ ਕਰ ਸਕਦਾ। ਪਰ ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਆਮ ਇਨਸਾਨਾਂ ਦੇ ਵੱਸ ਵਿੱਚ ਨਹੀਂ ਆ, ਇਹ ਤਾਂ ਉਹੀ ਹੀ ਵਿਅਕਤੀ ਕਰ ਸਕਦਾ ਹੈ ਜਿਹੜਾ ਅੰਦਰੋਂ ਤੋਂ ਬਾਹਰ ਨਿਰੰਤਰ ਇੱਕ ਸੁਰ ਨਾਲ ਨਿਰੰਕਾਰ ਦੇ ਨਾਲ ਭੇਦ ਹੋਵੇ। ਅਤੇ ਜਿਹੜੇ ਵਿਅਕਤੀ ਭੇਦ ਹੈ ਬ੍ਰਹਮ ਗਿਆਨੀ ਮਹਾਂਪੁਰਖ ਤਤ ਬੇਟਾ, ਫਿਰ ਉਹਨਾਂ ਦਾ ਜਿਹੜਾ ਰਤਾ ਦਾ ਫੁਰਨਾ ਹੈਗਾ, ਖਿੰਨ ਦਾ ਫੁਰਨਾ ਹੈਗਾ, ਉਹ ਵੀ ਪਰਮੇਸ਼ਰ ਜਿਹੜਾ ਪਹਿਲ ਦੇ ਆਧਾਰ 'ਤੇ ਪੂਰਾ ਕਰਦਾ ਹੈ। ਅਤੇ ਉਹਨਾਂ ਦੇ ਕੀਤੇ ਹੋਏ ਫੁਰਨਿਆਂ ਦੇ ਉੱਤੇ ਹੀ ਸਾਰਾ ਸੰਸਾਰ ਜਿਹੜਾ ਹੈਗਾ ਉਹ ਆਪਣਾ ਲੋਕ ਅਤੇ ਪਰਲੋਕ ਸਵਾਰਦਾ ਹੈਗਾ। ਸੋ ਦਾਸ ਇੰਨੇ ਹੀ ਵਚਨ ਮਹਾਂਪੁਰਖਾਂ ਦੇ ਪਰਉਪਕਾਰ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।